बिस्मिल्लाहिर्रहमानिर्रहीम अस्सलाम वालेकुम। तुसां वेखदे पे हो पाकिस्तान विलेज लाइफ ते मैं है डॉक्टर अब्बास खान सिल्ला फोर्ट अब्बास तो। उम्मीद करदा सारे दोस्त ठीक ठाक होवणगे। अज तुहानूं मैं एक फार्म दा विजिट करवाउण लगा। ਇਹਦੇ ਵਿੱਚ ਜਿਹੜੇ ਇਹ ਜਾਨਵਰ ਤੁਸੀਂ ਵੇਖਦੇ ਪਏ ਹੋ ਇਹਨਾਂ ਨੂੰ ਲੰਗੜਾਪਨ ਹੋ ਚੁੱਕਾ ਹੈ। ਇਹ ਲੰਗੜਾਉਣ ਲੱਗ ਜਾਂਦੇ ਨੇ, ਕਦੇ ਅਗਲੀ ਲੱਤ ਤੋਂ ਕਦੇ ਪਿਛਲੀ ਲੱਤ ਤੋਂ। ਇਸ ਬਿਮਾਰੀ ਦੇ ਬਾਰੇ ਆਪਾਂ ਮੁਕੰਮਲ ਗੱਲ ਕਰਾਂਗੇ ਜਨਾਬ ਇਹਦੇ ਵਿੱਚ, ਅਤੇ ਮੈਂ ਦੱਸਾਂਗਾ ਇਹਦੇ ਬਾਰੇ ਇਹਤਿਆਤੀ ਤਦਬੀਰ ਅਤੇ ਨਾਲ ਹੀ ਇਹਨਾਂ ਦਾ ਇਲਾਜ। ਅਗਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ 'ਤੇ ਆਏ ਹੋ ਤਾਂ ਚੈਨਲ ਪਾਕਿਸਤਾਨ ਵਿਲੇਜ ਲਾਈਫ ਅब्बास सिल्ला ਇਹਨੂੰ ਸਬਸਕ੍ਰਾਈਬ ਕਰ ਲਓ। ਅਗਰ ਫੇਸਬੁੱਕ ਪੇਜ अब्बास सिल्ला ऑफिशियल 'ਤੇ ਵੇਖ ਰਹੇ ਹੋ ਅਤੇ ਇਸ ਨੂੰ ਫੋਲੋ ਕਰ ਲਓ। ਇਸ ਬਿਮਾਰੀ ਨੂੰ ਆਖਦੇ ਨੇ ਫੁੱਟ ਰੌਟ। ਇਹ ਇੱਕ ਬੈਕਟੀਰੀਆ ਦੀ ਵਜ੍ਹਾ ਤੋਂ ਬਿਮਾਰੀ ਲੱਗਦੀ ਹੈ। ਇਹ ਖੁਰ ਖਰਾਬ ਕਰ ਦਿੰਦੀ ਹੈ, ਜਿਹਦੀ ਵਜ੍ਹਾ ਤੋਂ ਜਾਨਵਰ ਲੰਗੜਾਉਣ ਲੱਗ ਜਾਂਦੇ ਨੇ। ਸਭ ਤੋਂ ਪਹਿਲੇ ਆਪਾਂ ਗੱਲ ਕਰਸਾਂ ਇਹਨਾਂ ਦੀਆਂ ਅਲਾਮਤਾਂ ਦੇ ਬਾਰੇ। ਇਹਦੀਆਂ ਅਲਾਮਤਾਂ ਨੇ ਕਿ ਖੁਰਾਂ ਦੇ ਵਿੱਚੋਂ ਬੋ ਆਉਣ ਲੱਗ ਜਾਂਦੀ ਹੈ ਅਤੇ ਖੁਰਾਂ ਦੇ ਵਿੱਚੋਂ ਮਵਾਦ ਪੀਪ ਜਾਂ ਪਸ ਨਿਕਲਦੀ। ਜਾਨਵਰਾਂ ਨੂੰ ਚੱਲਣ ਦੇ ਵਿੱਚ ਮੁਸ਼ਕਿਲ ਹੁੰਦੀ ਹੈ, ਖੁਰਾਂ ਦੇ ਵਿੱਚ ਸੋਜ ਪੈ ਜਾਂਦੀ ਅਤੇ ਖੁਰ ਬਾਜ਼ ਔਕਾਤ ਵਿਚਾਲੋਂ ਲਾਲ ਵੀ ਹੋ ਜਾਂਦੇ। ਇਹਦੇ ਨਾਲ ਭੇਡਾਂ ਕਮਜ਼ੋਰ ਹੋ ਜਾਂਦੀਆਂ ਨੇ, ਟੁਰਾ ਫਿਰਾ ਨਹੀਂ ਜਾਂਦਾ ਅਤੇ ਚਾਰਾ ਖਾਵਣਾ ਛੱਡ ਜਾਂਦੀਆਂ ਨੇ। ਇਹਦੇ ਵਿੱਚ ਜਾਨਵਰਾਂ ਨੂੰ ਬੁਖਾਰ ਵੀ ਹੋ ਜਾਂਦਾ ਹੈ, 104 5 6 ਤੱਕ ਟੈਂਪਰੇਚਰ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਹਤਿਆਤੀ ਤਦਬੀਰ ਦੀ ਕਿ ਇਸ ਬਿਮਾਰੀ ਤੋਂ ਕਿਵੇਂ ਬਚਾ ਜਾ ਸਕਦਾ ਹੈ। ਇਹਦੇ ਵਿੱਚ ਫਾਰਮ ਦੀ ਸਫਾਈ ਸਾਰਿਆਂ ਤੋਂ ਘਣੀ ਜ਼ਰੂਰੀ ਹੈ। ਸਫਾਈ ਰੱਖਿਆ ਅਤੇ ਆਪਣੇ ਜਾਨਵਰ ਮਹਿਫੂਜ਼ ਰਹਿਣ। ਸਭ ਤੋਂ ਪਹਿਲੇ ਆ ਜਾਂਦਾ ਇਹਦਾ ਬੈੱਡ, ਮਤਲਬ ਕਿ ਆਪਣਾ ਹਾਤਾ ਜਿਹੜਾ ਹੈ ਇਹ ਖੁਸ਼ਕ ਅਤੇ ਸਾਫ਼ ਹੋਣਾ ਚਾਹੀਦਾ ਹੈ। ਇਹਦੇ 'ਚ ਨਮੀ ਨਹੀਂ ਹੋਣੀ ਚਾਹੀਦੀ ਤਾਂ ਕਿ ਖੁਰ ਗਲਣ ਨਾ। ਜਿਸ ਵੇਲੇ ਖੁਰ ਗਲਦੇ ਨੇ, ਪੈਰ ਗਲਦੇ ਨੇ ਤਾਂ ਇਹ ਬਿਮਾਰੀ ਆ ਜਾਂਦੀ ਹੈ। ਨਮੀ ਦੀ ਵਜ੍ਹਾ ਤੋਂ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ। ਖੁਰਾਂ ਦੀ ਜਿਹੜੀ ਹੈ ਬਾਕਾਇਦਾ ਸਫਾਈ ਇਹ ਜ਼ਰੂਰੀ ਹੈ। ਅਗਰ ਤੁਹਾਡੇ ਕੋਲ ਜਗ੍ਹਾ ਹੋਵੇ ਤਾਂ ਕੋਸ਼ਿਸ਼ ਕਰੋ ਕਿ ਜਿਹੜਾ ਜਾਨਵਰ ਤੁਹਾਡਾ ਬਿਮਾਰ ਤੁਹਾਨੂੰ ਨਜ਼ਰ ਆਵੇ ਉਹਨੂੰ ਦੂਸਰੀਆਂ ਭੇਡਾਂ ਦੇ ਨਾਲੋਂ ਕੱਢ ਕੇ ਵੱਖਰੀ ਜਗ੍ਹਾ 'ਤੇ ਕਰ ਦਿਓ ਤਾਂ ਕਿ ਦੂਏ ਜਾਨਵਰਾਂ ਨੂੰ ਇਹ ਖਰਾਬ ਨਾ ਕਰੇ, ਉਹਨਾਂ ਨੂੰ ਬਿਮਾਰੀ ਨਾ ਲਾਵੇ। ਉਹਦਾ ਪਾਣੀ ਵੱਖਰਾ ਕਰ ਦਿਓ, ਉਹਨੂੰ ਚਾਰਾ ਵੀ ਵੱਖਰਾ ਪਾਓ। ਫੁੱਟ ਰੌਟ ਬਿਮਾਰੀ ਜਿਹੜੀ ਹੈ ਇਹਦੀ ਵਜ੍ਹਾ ਨਾਲ ਜਾਨਵਰਾਂ ਦੇ ਜਿਹੜੇ ਖੁਰ ਹੁੰਦੇ ਨੇ ਉਹਨਾਂ ਦੇ ਵਿੱਚ ਜਲਨ ਪੈਦਾ ਹੁੰਦੀ, ਸੜਨ ਪੈਦਾ ਹੁੰਦੀ ਹੈ, ਜਿਹਦੀ ਵਜ੍ਹਾ ਤੋਂ ਇਹ ਟੁਰ ਨਹੀਂ ਸਕਦੇ, ਚੱਲ ਨਹੀਂ ਸਕਦੇ। ਪੈਰਾਂ ਨੂੰ ਧੋਵਣ ਵਾਸਤੇ ਜ਼ਿੰਕ ਸਲਫੇਟ ਦਾ ਜਿਹੜਾ ਹੈ 10% ਮਹਿਲੂਲ ਬਣਾ ਲਓ। ਉਹਦੇ ਨਾਲ ਇਹਦੇ ਪੈਰਾਂ ਨੂੰ ਧੋਵੋ, ਉਸ ਪਾਣੀ ਦੇ ਵਿੱਚੋਂ ਗੁਜ਼ਾਰੋ। ਅਗਰ ਤੁਹਾਡੇ ਕੋਲ ਜਗ੍ਹਾ ਹੈ ਅਤੇ ਤੁਸੀਂ ਉਹ ਟੱਬ ਨੁਮਾ ਹੋਵੇ ਉਹਦੇ ਵਿੱਚ ਇਹਨਾਂ ਦੇ ਪੈਰਾਂ ਨੂੰ ਡਿਪ ਕਰੋ, ਇਹਦੇ ਪੈਰ ਧੋਵੋ, ਚਾਹੇ ਸ਼ਾਵਰ ਨਾਲ ਧੋਵੋ ਭਾਵੇਂ ਪਾਣੀ ਨਾਲ ਧੋਵੋ, ਜਿਸ ਤਰ੍ਹਾਂ ਵੀ ਕਰੋ ਇਹਨਾਂ ਦੇ ਪੈਰ ਧੋਵਣੇ ਨੇ, ਪੈਰਾਂ ਨੂੰ ਸਾਫ਼ ਕਰਨਾ ਹੈ। ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੀਆਂ ਭੇਡਾਂ ਦੇ ਖੁਰ ਵੱਧੇ ਹੋਏ ਨੇ ਤਾਂ ਉਹਨਾਂ ਦੀ ਟ੍ਰਿਮਿੰਗ ਯਾਨੀ ਕਿ ਉਹਨਾਂ ਦਾ ਕੱਟਣਾ, ਉਹਨਾਂ ਨੂੰ ਇੱਕ ਸਾਈਜ਼ ਮਖਸੂਸ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੈ। ਟੇਢੇ ਮੇਢੇ ਜਿਹੜੇ ਖੁਰ ਹੁੰਦੇ ਨੇ ਉਹਨਾਂ ਦੀ ਵਜ੍ਹਾ ਤੋਂ ਵੀ ਖੁਰਾਂ ਦੇ ਵਿੱਚ ਖਰਾਬੀ ਹੁੰਦੀ ਹੈ, ਇਨਫੈਕਸ਼ਨ ਹੁੰਦੀ ਹੈ, ਉਹਦੀ ਵਜ੍ਹਾ ਤੋਂ ਵੀ ਜਾਨਵਰ ਚੱਲ ਨਹੀਂ ਸਕਦੇ। ਜਿਸ ਲਈ ਉਹਦੇ ਵਿੱਚ ਜ਼ਖਮ ਬਣ ਜਾਂਦੇ ਨੇ ਤਾਂ ਮੁੜ ਥੱਲੋਂ ਜਿਹੜਾ ਬੈੱਡ ਹੁੰਦਾ ਹੈ ਉਹਦੀ ਵਜ੍ਹਾ ਤੋਂ ਮੇਂਗਣਾ ਤੋਂ, ਪਿਸ਼ਾਬ ਤੋਂ ਹੋਰ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ ਜੀ। ਇਸ ਬਿਮਾਰੀ ਦੀ ਜਿਹੜੀ ਦੂਸਰੀ ਸੂਰਤ ਹੈ ਉਹਨੂੰ ਆਖਦੇ ਨੇ ਫੁੱਟ ਸਕੈਲਡ। ਇਹ ਫੁੱਟ ਰੌਟ ਨਾਲੋਂ ਨਾ ਇਹ ਹਲਕੀ ਬਿਮਾਰੀ ਹੈ। ਇਹ ਜ਼ਿਆਦਾਤਰ ਜਿਹੜਾ ਗਿੱਲਾ ਅਤੇ ਨਮੀ ਵਾਲਾ ਹਾਤਾ ਹੁੰਦਾ ਨਾ ਉਹਦੇ ਵਿੱਚ ਹੁੰਦੀ ਹੈ। ਅਲਾਮਤਾਂ ਇਹਦੀਆਂ ਵੀ ਫੁੱਟ ਰੌਟ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਹਦੀਆਂ ਅਲਾਮਤਾਂ ਵੀ ਤਕਰੀਬਨ ਸੇਮ ਹਨ। ਖੁਰਾਂ ਦੇ ਵਿੱਚ ਲਾਲੀ ਹੋ ਜਾਂਦੀ ਹੈ, ਹਲਕੀ ਸੁਜਨ ਹੋ ਜਾਂਦੀ ਹੈ ਅਤੇ ਇਹਦੇ ਵਿੱਚ ਨਾ ਕੋਈ ਬਦਬੂ ਜਾਂ ਪੀਪ ਵਗੈਰਾ ਨਹੀਂ ਹੁੰਦੀ। ਭੇੜਾਂ ਜਿਹੜੀਆਂ ਨਾ ਕੁਝ ਦੇਰ ਲੰਗੜੇਂਦੀਆਂ ਨੇ ਲੇਕਿਨ ਉਸ ਤੋਂ ਬਾਅਦ ਮੁੜੋ ਬਿਹਤਰ ਹੋ ਜਾਂਦੀ। ਇਹਦੀਆਂ ਵੀ ਇਹਤਿਆਤੀ ਤਦਾਬੀਰ ਜਿਹੜੀਆਂ ਤਕਰੀਬਨ ਉਹ ਫੁੱਟ ਰੌਟ ਨਾਲ ਮਿਲਦੀਆਂ ਨੇ। ਮਤਲਬ ਖੁਰਾਂ ਨੂੰ ਜਿਹੜਾ ਹੈ ਉਹ ਸਾਫ਼ ਰੱਖਣਾ ਹੈ, ਖੁਸ਼ਕ ਰੱਖਣਾ ਹੈ ਅਤੇ ਜ਼ਿੰਕ ਸਲਫੇਟ ਜਾਂ ਆਇਓਡੀਨ ਦਾ ਮਹਿਲੂਲ ਬਣਾ ਕੇ ਉਹ ਖੁਰਾਂ ਦੀ ਦਵਾਈ ਕਰਨੀ ਹੈ। ਆਸਾਨ ਐਂਟੀਸੈਪਟਿਕ ਕਰੀਮ ਜਾਂ ਸਪਰੇਅ ਕਰੋ, ਮਤਲਬ ਕਿ ਤੁਸੀਂ ਪਾਇਓਡੀਨ ਦਾ ਸੋਲੂਸ਼ਨ ਬਣਾ ਲਓ ਜਾਂ ਪੋਟਾਸ਼ੀਅਮ ਪਰਮੈਂਗਨੇਟ ਦਾ ਬਣਾ ਲਓ, ਜਿਹੜੀ ਆਪਾਂ ਪਿੰਕੀ ਆਖਦੇ ਹਾਂ ਉਸ ਦਾ ਬਣਾ ਲਓ। ਉਹਦੇ ਨਾਲ ਇਹ ਖੁਰਾਂ ਨੂੰ ਧੋਵਣਾ ਚਾਹੀਦਾ ਹੈ। ਇਹਦੇ ਵਿੱਚ ਜਿਹੜੀ ਤੀਸਰੀ ਕੰਡੀਸ਼ਨ ਆ ਜਾਂਦੀ ਹੈ ਉਹ ਆ ਜਾਂਦੀ ਹੈ ਜੋੜਾਂ ਦੀ ਸੋਜ਼ਸ਼। ਜੋੜਾਂ 'ਚ ਜਿਲੇ ਸੋਜ ਪੈ ਜਾਂਦੀ ਹੈ ਤਾਂ ਉਸ ਲਈ ਵੀ ਜਾਨਵਰ ਜਿਹੜਾ ਹੈ ਉਹ ਲੰਗੜਾਉਣ ਲੱਗ ਜਾਂਦਾ। ਲੇਕਿਨ ਇਹ ਕਿਸੇ ਇੱਕ ਅੱਧੇ ਜਾਨਵਰ ਦੇ ਵਿੱਚ ਹੁੰਦਾ ਹੈ। ਕੋਈ ਸੱਟ ਲੱਗ ਗਈ, ਕੋਈ ਚੋਟ ਲੱਗ ਗਈ ਜਾਂ ਜਰਾਸੀਮੀ ਹਮਲਾ ਹੋਇਆ ਜਾਂ ਕੈਲਸ਼ੀਅਮ ਦੀ ਕਮੀ ਹੋ ਗਈ ਤਾਂ ਉਹਦੇ ਵਿੱਚ ਵੀ ਜਾਨਵਰ ਜਿਹੜਾ ਹੈ ਉਹ ਲੰਗੜਾਉਣ ਲੱਗ ਜਾਂਦਾ ਹੈ। ਇਹਦੇ ਵਿੱਚ ਇਵੇਂ ਹੁੰਦਾ ਕਿ ਭੇਡ ਦੇ ਕਿਸੇ ਇੱਕ ਲੱਤ ਦੇ ਵਿੱਚ ਸੋਜ ਆ ਗਈ, ਅਗਲੀ 'ਚ ਆ ਗਈ ਜਾਂ ਪਿਛਲੀ ਦੇ ਵਿੱਚ ਆ ਗਈ, ਚੱਲਣ 'ਚ ਦਰਦ ਹੁੰਦਾ ਹੈ ਅਤੇ ਇਹ ਜਾਨਵਰ ਔਖਾ ਟੁਰਦਾ ਹੈ। ਜੋੜਾਂ 'ਚੋਂ ਜਿਹੜਾ ਨਾ ਗਰਮੀ ਦੀ ਵਜ੍ਹਾ ਨਾਲ ਪੀਪ ਵੀ ਨਿਕਲਣ ਲੱਗ ਜਾਂਦੀ ਹੈ। ਜਰਾਸੀਮ ਦੀ ਇਨਫੈਕਸ਼ਨ ਦੀ ਇਹ ਨਿਸ਼ਾਨੀ ਹੁੰਦੀ ਕਿ ਅਗਰ ਪਸ ਪੈ ਜਾਂਦੀ ਤਾਂ ਇਹਦਾ ਮਤਲਬ ਹੈ ਕੋਈ ਨਾ ਕੋਈ ਖਰਾਬੀ ਆਈ ਗਈ। ਇਹਦੇ ਵਿੱਚ ਇਵੇਂ ਹੁੰਦਾ ਕਿ ਜਾਨਵਰ ਜ਼ਿਆਦਾ ਬੈਠਾ ਰਹਿੰਦਾ। ਜਿਵੇਂ ਤੁਸੀਂ ਇਸ ਵੀਡੀਓ 'ਚ ਵੇਖਦੇ ਪਏ ਨੇ ਵੀ ਜਾਨਵਰ ਸਾਰੇ ਤਕਰੀਬਨ ਬੈਠੇ ਨੇ ਅਤੇ ਇਹਨਾਂ ਦਾ ਕੋਈ ਚਾਰਾ ਕਰਨ ਨੂੰ ਦਿਲ ਨਹੀਂ ਕਰਦਾ ਪਿਆ। ਇਹਦੇ ਜਾਨਵਰ ਕਮਜ਼ੋਰ ਹੋਣ ਲੱਗ ਜਾਂਦਾ। ਇਹਦੇ ਸਾਡੇ ਜਾਨਵਰ ਇਹ ਕਮਜ਼ੋਰ ਨਜ਼ਰ ਆ ਰਹੇ ਨੇ ਤੁਹਾਨੂੰ ਵੀਡੀਓ ਦੇ ਵਿੱਚ।
ਹੁਣ ਆਪਾਂ ਕਰਦੇ ਹਾਂ ਇਹਦੇ ਇਲਾਜ ਦੇ ਬਾਰੇ ਗੱਲ ਜਨਾਬ। ਜੇ ਤਾਂ ਤੁਹਾਨੂੰ ਲੱਗੇ ਕਿ ਸਾਡੇ ਜਾਨਵਰ ਨੂੰ ਕੋਈ ਸੱਟ ਲੱਗੀ ਹੋਈ ਤਾਂ ਉਹ ਜਿਹੜੀ ਜਗ੍ਹਾ ਤੇ ਸੱਟ ਲੱਗੀ ਹੈ ਉਸ ਜ਼ਖਮ ਨੂੰ ਜਿਹੜਾ ਤੁਸੀਂ ਐਂਟੀਸੈਪਟਿਕ ਲੋਸ਼ਨ ਜਿਹੜਾ ਹੁੰਦਾ ਹੈ, ਚਾਹੇ ਉਹ ਪਿੰਕੀ ਹੈ, ਪੋਟਾਸ਼ ਹੈ, ਜਿਵੇਂ ਕਿ ਮੈਂ ਪਹਿਲੇ ਜ਼ਿਕਰ ਕੀਤਾ, ਉਹਦੇ ਨਾਲ ਇਹਨੂੰ ਧੋਵਣਾ ਚਾਹੀਦਾ ਹੈ। ਅਗਰ ਉਹਦੇ ਵਿੱਚ ਕੋਈ ਸੋਜ ਮਹਿਸੂਸ ਹੁੰਦੀ ਪਈ ਹੈ ਤਾਂ ਤੁਸੀਂ ਉਹਨੂੰ ਸੋਜ ਨੂੰ ਘੱਟ ਕਰਨ ਵਾਸਤੇ, ਦਰਦ ਨੂੰ ਘੱਟ ਕਰਨ ਵਾਸਤੇ ਕੋਈ ਦਰਦ ਦਾ ਟੀਕਾ ਜਿਵੇਂ ਡਿਕਲੋਫੈਨਕ ਸੋਡੀਅਮ ਹੈ, ਡਿਕਲੋਰਾਨ ਦਾ ਟੀਕਾ ਹੈ, ਜਾਂ ਕੀਟੋਪਰੋਫਨ ਹੈ, ਪ੍ਰੋਫੀਨੋਲ ਹੈ, ਕੀਟੋਜੈਕਟ ਹੈ, ਜਾਂ ਫਲੂਨੈਕਸਨ ਮੈਗਲੋਮੈਨ ਜਿਵੇਂ ਕਿ ਲੋਕਸਨ ਹੈ, ਇਹ ਤੁਸੀਂ ਇਸਤੇਮਾਲ ਕਰਨਾ। ਨਾਲ ਉਸ ਇਨਫੈਕਸ਼ਨ ਨੂੰ ਰੋਕਣ ਵਾਸਤੇ ਤੁਸੀਂ ਆਕਸੀਟੈਟਰਾਸਾਈਕਲਿਨ ਜਿਹੜੀ ਹੈ ਉਹ ਟੀਕਾ ਵੀ ਲਾ ਸਕਦੇ ਨੇ। ਅਤੇ ਨਾਲ ਤੁਸੀਂ ਅਗਰ ਆਕਸੀਟੈਟਰਾਸਾਈਕਲਿਨ ਤੁਹਾਡੇ ਕੋਲ ਨਹੀਂ ਦੱਸਦੇ ਆਵੇ, ਤੁਸੀਂ ਪੈਨਸਿਲਿਨ ਗਰੁੱਪ ਇਸਤੇਮਾਲ ਕਰਨਾ ਹੈ, ਜਿਵੇਂ ਕਿ ਪੈਨਬਾਇਓਟਿਕ ਹੈ, ਪੈਨੀਵੇਟ ਹੈ, ਜਾਂ BPSL ਹੈ, ਜਾਂ PPSLA ਦਾ ਟੀਕਾ ਹੈ, ਉਹ ਤੁਸੀਂ ਇਸਤੇਮਾਲ ਕਰਨਾ ਹੈ। 5 ਗ੍ਰਾਮ ਦਾ ਟੀਕਾ ਹੈ ਜੀ। ਇਹਦੇ ਵਿੱਚ ਕਿਉਂਕਿ ਜਾਨਵਰ ਨੂੰ ਕਮਜ਼ੋਰੀ ਹੋਈ ਪਈ ਹੁੰਦੀ ਹੈ, ਤੁਸੀਂ ਇਹਦੇ ਵਿੱਚ ਜਾਨਵਰ ਨੂੰ ਕੋਈ ਕੈਲਸ਼ੀਅਮ ਜਾਂ ਫਾਸਫੋਰਸ ਜਾਂ ਵਿਟਾਮਿਨ D ਜਿਹੜਾ ਹੈ ਉਹ ਲਾਜ਼ਮੀ ਉਹਦੇ ਨਾਲ ਚਲਾਉਣਾ ਹੈ, ਤਾਂ ਕਿ ਕੋਈ ਮਿਨਰਲ ਵਗੈਰਾ ਦਿਓ, ਤਾਂ ਕਿ ਜਾਨਵਰ ਦੇ ਵਿੱਚ ਕੋਈ ਸਟੇਬਿਲਿਟੀ ਹੋਵੇ, ਜਾਨਵਰ ਕੁਝ ਸਿਹਤ 'ਚ ਆਵੇ। ਆਪਣੇ ਜਾਨਵਰਾਂ ਦਾ ਤੁਸੀਂ ਸੁਬਾਹ ਅਤੇ ਸ਼ਾਮ ਬਾਡੀ ਟੈਂਪਰੇਚਰ ਜਿਹੜਾ ਹੈ ਉਹ ਲਾਜ਼ਮੀ ਚੈੱਕ ਕਰਦਾ ਰਹਿਣਾ, ਤਾਂ ਕਿ ਉਹ ਕੰਟਰੋਲ ਦੇ ਵਿੱਚ ਰਹੇ। ਬਿਹਤਰੀਨ ਹੱਲ ਇਸ ਬਿਮਾਰੀ ਤੋਂ ਬਚਣ ਦਾ ਇਹੋ ਹੀ ਹੈ ਕਿ ਸਫਾਈ ਸੁਥਰਾਈ ਦਾ ਖਾਸ ਇੰਤਜ਼ਾਮ ਹੋਣਾ ਚਾਹੀਦਾ ਹੈ। ਸੁਬਾਹ ਅਤੇ ਸ਼ਾਮ ਆਪਣੇ ਵਾੜੇ ਨੂੰ ਤੁਸੀਂ ਸਾਫ਼ ਕਰੋ, ਤਾਂ ਕਿ ਤੁਹਾਡਾ ਜਾਨਵਰ ਸਾਫ਼ ਸੁਥਰੀ ਜਗ੍ਹਾ 'ਤੇ ਬਵੇ ਅਤੇ ਇਹਨਾਂ ਬਿਮਾਰੀਆਂ ਤੋਂ ਬਚਾ ਜਾ ਸਕੇ ਜੀ। ਮੈਂ ਉਮੀਦ ਕਰਦਾ ਕਿ ਭਰਾਵਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੋਸੀ, ਅਤੇ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਕਮੈਂਟਸ ਕਰਕੇ ਆਪਣੇ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਹੈ। ਅਗਰ ਤੁਹਾਡੇ ਕੋਲ ਇਹ ਮਸਲਾ ਕੋਈ ਆਉਂਦਾ ਹੈ ਤਾਂ ਲਾਜ਼ਮੀ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਨੇ। ਮੇਰਾ WhatsApp ਨੰਬਰ ਹੈ ਜੀ 0345 34 61 271, 0300 ਪੂਰਾ 34 61 271। ਅੱਲਾ ਹਾਫਿਜ਼।